ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ 'ਚ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜੀਆਂ ਵੀ ਖਬਰਾਂ ਤੁਹਾਡੇ ਲਈ ਜਾਣਨੀਆਂ ਜ਼ਰੂਰੀ ਹੁੰਦੀਆਂ ਉਹਨਾਂ ਦਾ ਜ਼ਿਕਰ ਕਰਦੇ ਹਾਂ। ਅੱਜ ਦੇਸ਼ ਦੇ ਵਿੱਚ ਇੱਕ ਬਹੁਤ ਵੱਡੇ ਕੇਸ ਦਾ ਫੈਸਲਾ ਆਇਆ ਤੇ ਉਸ ਤੋਂ ਬਾਅਦ ਸਾਰਿਆਂ ਦਾ ਧਿਆਨ ਉਸ ਕੇਸ ਵਾਲੇ ਪਾਸੇ ਹੈ। 1992 ਦੇ ਵਿੱਚ ਬਾਬਰੀ ਮਸਜਿਦ ਢਾਈ ਗਈ ਸੀ ਤੇ ਉਹਦੇ ਵਿੱਚ ਜਿਹੜੇ ਵੱਡੇ ਵੱਡੇ ਨਾਮ ਸੀਗੇ ਉਹਨਾਂ ਸਾਰਿਆਂ ਨੂੰ ਅੱਜ ਬਰੀ ਕਰ ਦਿੱਤਾ। ਨੀਅਰ ਅਬਾਊਟ 32 ਦੇ ਕਰੀਬ ਲੋਕ ਜਿਹੜੇ ਨੇ ਉਹ ਬਰੀ ਹੋਏ ਨੇ। ਇਸ ਕੇਸ ਵੱਲ ਇੰਨੇ ਸਾਲ ਧਿਆਨ ਰਹਿਣਾ, 28 ਸਾਲ ਬਾਅਦ ਉਹਦਾ ਫੈਸਲਾ ਆਉਣਾ ਤੇ 32 ਲੋਕਾਂ ਦਾ ਬਰੀ ਹੋ ਜਾਣਾ, ਇਹ ਕਹਾਣੀ ਵੇਖਣ ਨੂੰ ਬੜੀ ਅਜੀਬ ਲੱਗਦੀ ਆ। ਸੋ ਅੱਜ ਅਸੀਂ ਕੋਸ਼ਿਸ਼ ਕਰਾਂਗੇ ਕਿ ਪੰਨੂ ਸਾਹਿਬ ਕੋਲੋਂ ਜ਼ਰੂਰ ਉਹ ਸਾਰੀਆਂ ਗੱਲਾਂ ਬਾਤਾਂ ਸੁਣੀਏ। ਪੰਨੂ ਸਾਹਿਬ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਮੈਂ ਇਹ ਕੇਸ 'ਤੇ ਆਉਣ ਤੋਂ ਪਹਿਲਾਂ ਤੁਹਾਨੂੰ ਪਿੱਛੇ ਜ਼ਰੂਰ ਲਿਜਾਣਾ ਚਾਹੁੰਦਾ ਕਿ 1992 'ਚ ਤਾਂ ਬਾਬਰੀ ਮਸਜਿਦ ਢਾਈ ਗਈ, ਪਰ ਇਹ ਤਾਂ ਹੋ ਨਹੀਂ ਸਕਦਾ ਕਿ ਵੀ ਉਹ ਰਾਤੋਂ ਰਾਤ ਢਾਹਤੀ ਹੋਵੇ। ਇਹ ਕਹਾਣੀ ਤਾਂ ਕਿਤੇ ਨਾ ਕਿਤੇ ਤੁਰੀ ਹੋਊਗੀ, ਗੱਲ ਸ਼ੁਰੂ ਹੋਈ ਹੋਊਗੀ, ਫਿਰ ਜਾ ਕੇ 92 'ਚ ਇਹ ਸਾਰਾ ਕੁਛ ਹੋਇਆ। ਉਹ ਪਿੱਛੇ ਕੀ ਹਾਲਾਤ ਸੀਗੇ ਉਹ ਥੋੜ੍ਹੇ ਸਮਝਾਓ। ਗੁਰਪ੍ਰੀਤ ਜੀ, ਹਾਲਾਤ ਤਾਂ ਪਿੱਛੇ ਜਾ ਕੇ ਬਾਬਰ ਬਾਦਸ਼ਾਹ ਤੱਕ ਜੁੜਦੇ ਆ ਜੀ, ਪਰ ਪਿਛਲੀਆਂ ਕਹਾਣੀਆਂ ਫੋੜੇ ਬਗੈਰ ਅਸੀਂ ਇੱਥੇ ਆ ਜਾਈਏ ਕਿ 1947 'ਚ ਜਦੋਂ ਦੇਸ਼ ਦੀ ਵੰਡ ਹੋਈ, ਉਦੋਂ ਅੰਗਰੇਜ਼ਾਂ ਦੇ ਕਹਿਣ 'ਤੇ ਉਸ ਕੰਪਲੈਕਸ ਨੂੰ ਤਾਲਾ ਲੱਗਾ ਹੋਇਆ ਸੀ ਜੀ, ਕੋਈ ਜਾ ਨਹੀਂ ਸਕਦਾ। ਅੱਧੀ ਰਾਤ ਨੂੰ ਉਹਦੇ ਵਿੱਚ ਮੂਰਤੀਆਂ ਰੱਖ ਦਿੱਤੀਆਂ ਗਈਆਂ, ਰਾਮ ਲੱਲਾ ਦੀਆਂ, ਜਾਨਕੀ ਦੀਆਂ। ਜੀ, ਆਖਿਆ ਮੂਰਤੀਆਂ ਪ੍ਰਗਟ ਹੋਈਆਂ, ਪ੍ਰਗਟ ਨਹੀਂ ਹੁੰਦੀਆਂ। ਇਹਨਾਂ ਆਖਿਆ ਪ੍ਰਗਟ ਹੋਈਆਂ। ਜਿਹੜਾ ਉਸ ਵਕਤ ਦਾ ਜ਼ਿਲ੍ਹਾ ਮੈਜਿਸਟ੍ਰੇਟ ਸੀ, ਯਾਨੀ ਡਿਪਟੀ ਕਮਿਸ਼ਨਰ ਸੀ, ਉਹਨੂੰ ਬਾਅਦ 'ਚ ਭਾਰਤੀ ਜਨ ਸੰਘ ਨੇ, ਜਿਹੜੀ ਬਾਅਦ 'ਚ ਭਾਰਤੀ ਜਨਤਾ ਪਾਰਟੀ ਬਣੀ, ਉਹਨਾਂ ਭਾਰਤੀ ਜਨ ਸੰਘ ਨੇ ਉਹਨੂੰ ਪਾਰਲੀਮੈਂਟ ਦਾ ਮੈਂਬਰ ਵੀ ਬਣਾਇਆ ਜੀ, ਕਿਉਂਕਿ ਉਹਨੇ ਮੂਰਤੀਆਂ ਪ੍ਰਗਟ ਕਰਾਈਆਂ ਸਨ। ਉਦੋਂ ਬਾਅਦ ਫਿਰ ਮੁਕੱਦਮਾ ਚੱਲਦਾ ਰਿਹਾ, ਕੰਪਲੈਕਸ ਨੂੰ ਤਾਲਾ ਲੱਗਾ ਰਿਹਾ ਜੀ। 1985 'ਚ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਰਾਜੀਵ ਗਾਂਧੀ ਕਾਂਗਰਸ ਦਾ ਧਰਮ ਨਿਰਪੱਖ ਲੀਡਰ ਰਹਿਣ ਦੇ ਬਜਾਏ ਇੱਕ ਤਾਂ ਪੰਜਾਬ ਦੇ ਹਾਲਾਤ, ਆਪਰੇਸ਼ਨ ਬਲੂ ਸਟਾਰ, ਦਿੱਲੀ ਦੇ ਦੰਗੇ, ਆਪਣੀ ਮਾਂ ਦਾ ਕਤਲ, ਇਹਨਾਂ ਨੂੰ ਵਰਤ ਕੇ ਸਾਰੇ ਦੇਸ਼ ਦੇ ਵਿੱਚ ਹਮਦਰਦੀ ਦੀ ਲਹਿਰ ਚਾਹੁੰਦਾ ਸੀ। ਜੀ, ਅਜੇ ਵੀ ਉਹਨੂੰ ਤਸੱਲੀ ਨਹੀਂ ਸੀ। ਉਹਨੇ ਨਾਲ ਹੋਰ ਹਮਦਰਦੀ ਲੈਣ ਵਾਸਤੇ ਇਹ ਕੀਤਾ ਕਿ ਬਾਬਰੀ ਮਸਜਿਦ ਉਹਦਾ ਕੰਪਲੈਕਸ ਸੀ, ਉਹਦੇ ਅੰਦਰ ਜਿੱਥੇ ਮੂਰਤੀਆਂ ਸੀ, ਤਾਲਾ ਖੁਲਾ ਕੇ ਮੱਥਾ ਟੇਕਣ ਤੁਰ ਪਿਆ। ਜੀ, ਨਤੀਜਾ ਇਹ ਨਿਕਲਿਆ ਕਿ ਜਿਹੜੀਆਂ 1984 ਤੇ 85 ਦੇ ਦਮੇਲ ਤੇ, ਯਾਨੀ ਦਸੰਬਰ ਦੀਆਂ ਅਖੀਰਲੀਆਂ ਤਰੀਕਾਂ 84 ਦੀਆਂ ਤੇ 85 ਦੇ ਜਨਵਰੀ ਦੇ ਪਹਿਲੇ 2 ਦਿਨ, ਜਿਹੜੇ ਰਿਜ਼ਲਟ ਹੌਲੀ ਹੌਲੀ ਰੁਕ ਰੁਕ ਕੇ ਆਉਂਦੇ ਰਹੇ, ਉਹਨਾਂ ਦੇ ਵਿੱਚ ਉਹਨੂੰ ਇੰਨੀ ਵੱਡੀ ਬਹੁ ਗਿਣਤੀ ਮਿਲੀ ਜਿੰਨੀ ਉਹਦੇ ਨਾਨੇ ਨੂੰ ਵੀ ਨਹੀਂ ਸੀ ਮਿਲੀ। ਅੱਛਾ ਜੀ। ਬਹੁਤ ਵੱਡੀ ਗਿਣਤੀ ਪਾਰਲੀਮੈਂਟ 'ਚ ਲੈ ਗਿਆ। ਨਹੀਂ, ਇਹ ਉਦੋਂ ਹੋਇਆ ਜਦੋਂ ਰਾਜੀਵ ਗਾਂਧੀ ਨੇ ਉੱਥੇ ਜਾ ਕੇ ਮੱਥਾ ਟੇਕਿਆ। ਉੱਥੇ ਟੇਕਿਆ 3 ਚੀਜ਼ਾਂ, ਜੀ, ਆਪਰੇਸ਼ਨ ਬਲੂ ਸਟਾਰ, ਇੰਦਰਾ ਗਾਂਧੀ ਦਾ ਕਤਲ ਤੇ ਦਿੱਲੀ ਦੇ ਵਿੱਚ ਸਿੱਖ ਵਿਰੋਧੀ ਕਤਲੇਆਮ, ਤੇ ਬਾਬਰੀ ਮਸਜਿਦ ਮੱਥਾ ਟੇਕਣਾ। ਅੱਛਾ ਜੀ। ਇਹ ਸਾਰੇ ਦੇਸ਼ 'ਚ ਘੁੰਮਿਆ, ਹੁੰਜਾ ਫੇਰ ਕੇ ਲੈ ਗਿਆ। ਤੇ ਜਿਹੜੀ ਅੱਜ ਦੀ ਹਿੰਦੂਤਾ ਵਾਲੀ ਪਾਰਟੀ ਹੈ, ਭਾਰਤੀ ਜਨਤਾ ਪਾਰਟੀ, 2 ਸੀਟਾਂ ਆਈਆਂ। ਵੱਡੇ ਵੱਡੇ ਵਾਜਪਾਈ ਵਰਗੇ ਲੀਡਰ ਵੀ ਹਾਰ ਗਏ। ਜੀ, ਉਦੋਂ ਫਿਰ RSS ਤੇ ਸਾਰੇ ਸੰਘ ਪਰਿਵਾਰ 'ਤੇ ਗੱਲ ਚੱਲੀ ਕਿ ਹਿੰਦੂਤਾ ਤਾਂ ਸਾਡਾ ਮੁੱਦਾ ਸੀ, ਅਸੀਂ ਚੁੱਕੀ। ਇਹਨਾਂ ਨੇ ਫਿਰ ਬਣਾ ਲਿਆ ਕਿ ਜੇ ਰਾਮ ਜਨਮ ਭੂਮੀ ਨਹੀਂ ਤੇ ਅਸੀਂ ਕਾਹਦੇ ਲਈ। ਵਿਸ਼ਵ ਹਿੰਦੂ ਪ੍ਰੀਸ਼ਦ ਖੜੀ ਕੀਤੀ ਗਈ। ਜੀ, ਖੜੀ ਤੇ ਪਹਿਲਾਂ ਹੀ ਹੋ ਚੁੱਕੀ ਸੀ। ਉਹਦੇ ਵੱਲੋਂ ਫਿਰ ਇਹ ਆਖਿਆ ਗਿਆ ਕਿ ਅਸੀਂ ਬਾਬਰੀ ਮਸਜਿਦ ਨਹੀਂ ਰਹਿਣ ਦੇਣੀ, ਉਹਦੀ ਥਾਂ ਤੇ ਰਾਮ ਮੰਦਿਰ ਬਣਾਉਣਾ। ਜੀ, ਇਹਦੇ ਵਾਸਤੇ ਇਹ ਤਿਆਰੀਆਂ ਕਰਦੇ ਰਹੇ, ਮੁਹਿੰਮ ਚਲਾਉਂਦੇ ਰਹੇ, ਸਾਰੇ ਦੇਸ਼ ਦੇ ਵਿੱਚ ਪ੍ਰਚਾਰ ਇਹੋ ਕੀਤਾ। 50 ਸਾਲਾਂ ਬਾਅਦ ਰਾਜੀਵ ਗਾਂਧੀ ਤਾਂ ਫਸ ਗਿਆ ਬੋਫਰਸ ਤੋਪ ਸਕੈਂਡਲ 'ਚ। ਸਰਕਾਰ ਬਣ ਗਈ ਰਾਜਾ VP ਸਿੰਘ ਦੀ। ਜੀ, ਉਹਦੇ ਕੋਲ ਬਹੁਤ ਸੰਮਤੀ ਨਹੀਂ ਸੀ। ਇੱਕ ਪਾਸੇ ਭਾਰਤੀ ਜਨਤਾ ਪਾਰਟੀ ਉਹਨੂੰ ਸਪੋਰਟ ਕਰਦੀ ਸੀ। ਉਹ ਉਦੋਂ 2 ਸੀਟਾਂ ਤੋਂ 86 ਤੇ ਆ ਗਈ ਸੀ। ਜੀ, ਇੱਕੋ ਝਟਕੇ ਨਾਲ ਹਿੰਦੂਤਵ ਦੀ ਲਹਿਰ 'ਚ 86 ਸੀਟਾਂ ਲੈ ਗਈ। ਦੂਸਰੇ ਪਾਸਿਓਂ ਖੱਬੇ ਪੱਖੀ CPM, CPI, RSP, ਫਾਰਵਰਡ ਬਲਾਕ, ਇਹ ਮਦਦ ਕਰਦੇ ਸੀ। ਉਹ ਸਰਕਾਰ ਚੱਲਦੇ ਸਾਰੇ ਇਹਨਾਂ ਨੇ 1990 ਦੇ ਵਿੱਚ ਇਹ ਇੱਕ ਚਲਾ ਦਿੱਤਾ, ਜਿਹੜਾ ਸੀ ਇਹਨਾਂ ਦਾ ਮੁਹਿੰਮ ਜਿਹੜੀ ਸੀ, ਰੱਥ ਯਾਤਰਾ ਸ਼ੁਰੂ ਕਰ ਦਿੱਤੀ। ਜੀ, ਜੀ, ਅਡਵਾਨੀ ਹੋਰਾਂ ਨੇ ਰੱਥ ਯਾਤਰਾ ਕਰਕੇ ਤੇ ਇਹਨਾਂ ਗੁਜਰਾਤ ਤੋਂ ਚਲਾਈ, ਸੋਮਨਾਥ ਦੇ ਮੰਦਿਰ ਤੋਂ। ਜੀ, ਸਾਰੇ ਦੇਸ਼ ਵਿੱਚ ਘੁਮਾਈ, ਜਿੱਧਰ ਜਿੱਧਰ ਨੂੰ ਰੱਥ ਯਾਤਰਾ ਗਈ ਹਿੰਦੂ ਮੁਸਲਿਮ ਦੰਗੇ ਹੁੰਦੇ ਗਏ।
ਔਰ ਇੱਕੋ ਹੀ ਗੱਲ ਕਹੀ ਜਾਂਦੀ ਸੀ ਕਿ ਕਸਮ ਰਾਮ ਕੀ ਖਾਤੇ ਮੰਦਰ ਵਹੀਂ ਬਣਾਏਂਗੇ ਜੀ ਉਸ ਨਾਅਰੇ ਦੇ ਉੱਤੇ ਤੁਰੇ ਗਏ। ਜਦੋਂ ਉਹ ਘੁੰਮਦੇ ਘੁੰਮਦੇ ਇੱਧਰਲੇ ਪਾਸੇ ਕਸ਼ਮੀਰ ਵੱਲੋਂ ਘੁੰਮ ਕੇ ਫਿਰ ਬੰਗਾਲ ਨੂੰ ਨਿਕਲ ਗਏ, ਬੰਗਾਲ ਵੱਲੋਂ ਬਿਹਾਰ ਵਿੱਚ ਤੇ ਯੂਪੀ 'ਚ ਆਉਣਾ ਸੀ। ਬਿਹਾਰ ਵਿੱਚ ਲਾਲੂ ਪ੍ਰਸਾਦ ਮੁੱਖ ਮੰਤਰੀ ਸੀ, ਉਹਨੇ ਫੜ ਕੇ ਅੰਦਰ ਦੇ ਦਿੱਤਾ ਅਡਵਾਨੀ ਨੂੰ। ਅੱਛਾ ਜੀ। ਰਥ ਯਾਤਰਾ ਰੁਕ ਗਈ। ਇਹਨਾਂ ਨੇ ਅਗਲੇ ਦਿਨ ਇਹ ਕਹਿ ਕੇ ਕਿ ਲਾਲੂ ਤੇ ਵੀਪੀ ਸਿੰਘ ਇੱਕੋ ਪਾਰਟੀ ਦੀ ਅਤੇ ਵੀਪੀ ਸਿੰਘ ਦੇ ਇਸ਼ਾਰੇ ਤੇ ਫੜਿਆ, ਇਹਨਾਂ ਨੇ ਹਮਾਇਤ ਵਾਪਸ ਲੈ ਲਈ। ਉਹ ਸਰਕਾਰ ਟੁੱਟ ਗਈ। ਉਹਦੇ ਨਾਲ ਬੰਦੇ ਤੋੜ ਕੇ ਚੰਦਰ ਸ਼ੇਖਰ ਪ੍ਰਧਾਨ ਮੰਤਰੀ ਬਣ ਗਿਆ ਜੀ। ਫਿਰ ਉਹਦੇ ਪ੍ਰਧਾਨ ਮੰਤਰੀ ਦਾ ਸਪੋਰਟ ਉਹਨੂੰ ਕਾਂਗਰਸ ਨੇ ਦਿੱਤੀ ਸੀ। ਥੋੜੇ ਚਿਰ ਬਾਅਦ ਕਾਂਗਰਸ ਨੇ ਹਮਾਇਤ ਵਾਪਸ ਲੈ ਲਈ ਤੇ ਨਵੀਆਂ ਚੋਣਾਂ 'ਚ ਕਾਂਗਰਸ ਪਾਰਟੀ ਦੀ ਸਰਕਾਰ ਆ ਗਈ। ਇਹ 2 ਤੋਂ 86 ਹੋਏ ਸੀ 1999 'ਚ। ਜੀ। ਅਗਲੀਆਂ ਚੋਣਾਂ ਜਦੋਂ ਰਾਜੀਵ ਗਾਂਧੀ ਦਾ ਕਤਲ ਹੋ ਗਿਆ ਤੇ ਨਰਸਿਮਹਾ ਰਾਓ ਪ੍ਰਧਾਨ ਮੰਤਰੀ ਬਣਦਾ ਵੀਪੀ ਸਿੰਘ ਤੇ ਚੰਦਰ ਸ਼ੇਖਰ ਤੋਂ ਬਾਅਦ, ਜੀ ਉਦੋਂ ਇਹ 86 ਤੋਂ 119 ਹੋ ਗਏ। ਅੱਛਾ ਜੀ। ਇਹਨੇ ਚੜ ਗਏ। ਅੱਛਾ, ਉਦੋਂ ਫਿਰ ਇਹਨਾਂ ਨੇ ਇਹੋ ਮੁਹਿੰਮ ਸ਼ੁਰੂ ਕਰਤੀ। ਇਹਨਾਂ ਨੇ ਫਿਰ ਦਿਨ ਰੱਖ ਲਿਆ 6 ਦਸੰਬਰ 1991 ਦਾ। ਮੁੱਖ ਮੰਤਰੀ ਕਲਿਆਣ ਸਿੰਘ ਬਣ ਚੁੱਕਾ ਸੀ ਜੀ। ਇਹਨਾਂ ਨੇ ਆਖਿਆ ਕਿ ਅਸੀਂ ਉੱਥੇ ਜਾਣਾ। ਉੱਥੇ ਇਹ ਗਏ, ਰੌਲਾ ਰੱਪਾ ਪਾਇਆ, ਫੋਰਸ ਲੱਗੀ ਤੇ ਅਖੀਰ ਇਹ ਚੜ ਗਏ ਮਸਜਿਦ ਦੇ ਉੱਤੇ। ਟੱਕ ਲੱਗਾ, ਉਹਨੇ ਚਿਰ ਨੂੰ ਫੋਰਸ ਵੱਧ ਸੀ, ਹਟ ਗਏ। ਕਹਿੰਦੇ ਇਸ ਵਾਰੀ ਟੱਕ ਲਾਏ, ਅਗਲੇ ਸਾਲ ਟਾ ਦਿਆਂਗੇ। ਅੱਛਾ ਜੀ। ਅਗਲੇ ਸਾਲ 1992 ਚ ਫਿਰ 6 ਦਸੰਬਰ ਨੂੰ ਉੱਥੇ ਭੀੜ ਇਕੱਠੀ ਗਈ। ਸਰਕਾਰ ਇਹਨਾਂ ਦੀ ਕਲਿਆਣ ਸਿੰਘ ਮੁੱਖ ਮੰਤਰੀ ਸੀ। ਸੁਪਰੀਮ ਕੋਰਟ 'ਚ ਕੇਸ ਗਿਆ ਕਿ ਬਾਬਰੀ ਮਸਜਿਦ ਢਾਉਣ ਲੱਗੇ। ਕਲਿਆਣ ਸਿੰਘ ਮੁੱਖ ਮੰਤਰੀ ਤੋਂ ਇਹਨਾਂ ਨੇ ਐਫੀਡੇਵਿਟ ਦਵਾਇਆ ਕਿ ਤੂੰ ਲਿਖ ਕੇ ਦੇ ਕਿ ਮੈਂ ਰਾਖੀ ਕਰੂੰਗਾ, ਬਾਬਰੀ ਮਸਜਿਦ ਨਹੀਂ ਟੱਠੇਗੀ। ਅੱਛਾ ਜੀ। ਭੀੜ ਇਕੱਠੀ ਕਰ ਲਈ। ਭੀੜ ਦੇ ਵਿੱਚ ਤਕਰੀਰਾਂ ਹੋਈਆਂ, ਤਕਰੀਰਾਂ 'ਚ ਭੜਕਾ ਦਿੱਤਾ ਗਿਆ। ਭੀੜ ਜਾ ਚੜੀ ਗੁੰਬਦਾਂ ਉੱਤੇ। ਅਸੀਂ ਲਗਾਤਾਰ ਵੇਖ ਰਹੇ ਸੀ ਲਾਈਵ ਕਵਰੇਜ ਜੀ। ਕੱਲਾ ਦੂਰਦਰਸ਼ਨ ਹੁੰਦਾ ਸੀ, ਦੂਰਦਰਸ਼ਨ ਤੇ ਵੇਖ ਰਿਹਾ ਸੀ। ਸਾਡੇ ਵੇਂਦੇ ਬੰਦੇ ਸਾਰੇ ਟੱਟ ਗਏ। ਪਰ ਉੱਥੇ ਪਰ ਸਾਹਿਬ ਤੁਸੀਂ ਅੱਗੇ ਵੀ ਕਈ ਵਾਰ ਜ਼ਿਕਰ ਕੀਤਾ ਵੀ ਉੱਥੇ ਜਿਹੜੇ ਭਾਸ਼ਣ ਦਿੱਤੇ ਗਏ ਸੀ ਉਹਨਾਂ ਦੇ ਵਿੱਚ ਇਹ ਕਿਹਾ ਗਿਆ ਸੀ ਵੀ ਅਸੀਂ ਉੱਥੇ ਕੁਝ ਨਹੀਂ ਕਰਾਂਗੇ। ਅਦਾਲਤਾਂ ਨੂੰ ਵੀ ਕਿਹਾ, ਸਰਕਾਰ ਨੂੰ ਵੀ ਕਿਹਾ ਸੀਗਾ, ਪਰ ਜਿਹੜੇ ਉਹ ਘੁਮਾ ਕੇ ਭਾਸ਼ਣ ਦਿੱਤੇ ਸੀ ਉਹ ਜ਼ਿਕਰ ਤੁਸੀਂ ਅੱਜ ਭੁੱਲ ਗਏ। ਉਹ ਜਿਹੜਾ ਜ਼ਿਕਰ ਆ ਉਹ ਮੈਂ ਵੱਖਰੇ ਤੌਰ ਤੇ ਕਰਦਾ। ਨੀਤ ਇਹਨਾਂ ਦੀ ਇਹੋ ਸੀ। 6 ਦਸੰਬਰ ਤੋਂ ਪਹਿਲਾਂ 5 ਦਸੰਬਰ ਰਾਤ ਨੂੰ ਲਖਨਊ 'ਚ ਇੱਕ ਬਹੁਤ ਵੱਡੀ ਰੈਲੀ ਕੀਤੀ। 1 ਲੱਖ ਦੇ ਕਰੀਬ ਲੋਕ ਸਨ ਜੀ। ਤੇ ਬਹੁਤ ਮਾਡਰੇਟ ਅਟਲ ਬਿਹਾਰੀ ਵਾजपेयी ने तकरीर की कि हम लोगों ने लिख कर दिया है, सुप्रीम कोर्ट को लिख दिया है कि वहां किसी तरह की कोई तोड़फोड़ नहीं होगी। पर इतने लोग गए, इनको आराम करने के लिए, लेटने के लिए, बैठने के लिए जगह भी चाहिए। अगर वहां पर कुछ नोकीले पत्थर है तो उनको समतल तो करना पड़ेगा। ये उत्ते लोग ताड़ियां मारतियां, इशारा मिल गया कि कल नोकीले पत्थर यानी मस्जिद गुंबद ना ढा देने जी। ਉਹ ਰਾਤੋਂ ਰਾਤ ਜਹਾਜ਼ 'ਤੇ ਚੜ੍ਹ ਕੇ ਦਿੱਲੀ ਆ ਗਿਆ। ਉਹਦੀ ਡਿਊਟੀ ਇੰਨੀ ਸੀ। ਅਡਵਾਨੀ ਉੱਥੇ ਸੀ ਭਾਸ਼ਣ ਕਰਨ ਵਾਲਿਆਂ 'ਚ ਜਿਨ੍ਹਾਂ ਨੇ ਭੀੜ ਭੜਕਾਈ। ਉਮਾ ਭਾਰਤੀ, ਗੋਵਿੰਦਾਚਾਰੀਆ, ਇਹ ਸਾਰੇ ਲੋਕ ਉੱਥੇ ਸਨ। ਮੁਰਲੀ ਮਨੋਹਰ ਜੋਸ਼ੀ ਇਹ ਸਭ ਉੱਥੇ ਸਨ ਜੀ। ਟਵਾਤੀ ਇਹ ਕਹਾਣੀ ਵੀ ਤੁਸੀਂ ਮੈਨੂੰ ਥੋੜ੍ਹੀ ਜਿਹੀ ਦੱਸ ਦਿਓ ਕਿ ਹੁਣ ਜਦੋਂ ਅੱਜ ਤਾਂ ਚਲੋ ਅਦਾਲਤ ਨੇ ਬਰੀ ਕਰਤਾ, ਉਹ ਕਹਿੰਦੇ ਵੀ ਕਿਸੇ ਦਾ ਕੋਈ ਦੋਸ਼ ਨਹੀਂ, ਪਰ ਉਦੋਂ ਕਿਉਂਕਿ ਤੁਸੀਂ ਇਹ ਸਾਰੇ ਕੁਛ ਨੂੰ ਘਟਨਾਕ੍ਰਮ ਨੂੰ ਨਾਲ ਨਾਲ ਦੇਖਦੇ ਰਹੇ, ਤੁਹਾਨੂੰ ਸਾਰਿਆਂ ਦੇ ਬਿਆਨ ਵੀ ਯਾਦ ਆ, ਮੁਹਿੰਮ ਵੀ ਤੁਸੀਂ ਦੱਸਦੀ ਵੀ ਕਿੱਥੋਂ 2 ਵੋਟਾਂ ਤੋਂ ਲੈ ਕੇ ਤੇ ਕਹਾਣੀ ਅੱਜ ਤੱਕ ਪਹੁੰਚਦੀ ਆ। ਫਿਰ ਦੋਸ਼ੀ ਤੁਹਾਡੇ ਹਿਸਾਬ ਨਾਲ ਕੌਣ ਕੌਣ, ਕਿਵੇਂ ਕਿਵੇਂ, ਕਿੰਨਾ ਕੁ ਰਿਹਾ? ਇਹ ਢਾਏ ਜਾਣ ਦੇ ਉੱਤੇ ਇੱਕ ਕਮਿਸ਼ਨ ਬਣਿਆ ਸੀ, ਲਿਬਰੇਹਨ ਕਮਿਸ਼ਨ ਜੀ। ਉਹਨੇ ਸ਼ਾਇਦ 17 ਵਾਰ ਐਕਸਟੈਂਸ਼ਨਾਂ ਲਈਆਂ ਮੁੜ ਮੁੜ ਕੇ। ਹੋਰ ਦਿਓ ਜੀ, ਟਾਈਮ ਅਜੇ ਜਾਂਚ ਚੱਲਦੀ ਹੈ। 17 ਵਾਰ ਨਹੀਂ, 48 ਐਕਸਟੈਂਸ਼ਨਾਂ ਲਈਆਂ ਸੀ ਹੁਣ ਮੈਨੂੰ ਯਾਦ ਆ ਗਿਆ। ਅੱਛਾ ਜੀ। 48 ਉਹਨੇ ਐਕਸਟੈਂਸ਼ਨਾਂ ਲਈਆਂ, 17 ਉਹਨੇ ਸਾਲ ਲਾਏ। ਅੱਛਾ ਜੀ। 2009 'ਚ ਮਨਮੋਹਨ ਸਿੰਘ ਦੀ ਸਰਕਾਰ ਦੇ ਹੁੰਦਿਆਂ ਉਹਨੇ ਉਦੋਂ ਇਹ ਰਿਪੋਰਟ ਦਿੱਤੀ ਤੇ ਉਸ ਰਿਪੋਰਟ 'ਚ ਉਹਨੇ ਆਖਿਆ ਕਿ ਮੁੱਖ ਤੌਰ ਤੇ ਦੋਸ਼ੀ ਹੈਗੇ ਨੇ ਉਮਾ ਭਾਰਤੀ, ਗੋਵਿੰਦਾਚਾਰੀਆ, ਉਦੋਂ ਭਾਜਪਾ ਦਾ ਆਰਗੇਨਾਈਜ਼ਿੰਗ ਸੈਕਟਰੀ ਹੁੰਦਾ ਸੀ RSS ਵੱਲੋਂ, ਕਲਿਆਣ ਸਿੰਘ ਮੁੱਖ ਮੰਤਰੀ, ਇਹਨੂੰ ਮੁੱਖ ਤੌਰ ਤੇ ਦੋਸ਼ੀ ਗਿਣਿਆ ਗਿਆ ਜੀ, ਸ਼ੰਕਰ ਸਿੰਘ ਵਘੇਲਾ ਜਿਹੜਾ ਉਦੋਂ ਗੁਜਰਾਤ ਦਾ ਮੁੱਖ ਮੰਤਰੀ ਬਣ ਚੁੱਕਾ ਸੀ। ਉਹ ਸ਼ੰਕਰ ਸਿੰਘ ਵਘੇਲਾ ਜਿਹਨੂੰ ਉਦੋਂ ਕਾਂਗਰਸ ਬਹੁਤ ਕਮਿਊਨਲ ਮੰਨਦੀ ਸੀ, ਕਹਿੰਦੀ ਸੀ ਇਹਨੇ ਬਾਬਰੀ ਮਸਜਿਦ ਢਵਾਈ, ਤੇ ਉਹੀ ਸ਼ੰਕਰ ਸਿੰਘ ਵਘੇਲਾ ਜਿਹੜਾ ਆ 2017 'ਚ ਨਰਿੰਦਰ ਮੋਦੀ ਨਾਲ ਲੜ ਕੇ ਤੇ ਕਾਂਗਰਸ ਵਿੱਚ ਸ਼ਾਮਲ ਹੋ ਗਿਆ। ਇਹ ਕਾਂਗਰਸ ਵਿੱਚ ਵਾਲੇ ਵੀ ਤੇ ਇੱਦਾਂ ਦੇ ਆ ਨਾ, ਜਿਹੜਾ ਮਰਜ਼ੀ ਆ ਜੇ, ਉਹਨੇ 100 ਪਾਪ ਕੀਤੀ। ਹੁਣ ਜਦੋਂ ਕਾਂਗਰਸ ਵਿੱਚ ਆ ਗਿਆ ਫਿਰ ਤੋਂ ਸੈਕੂਲਰ ਹੋ ਜਾਂਦਾ ਨਾ। ਬਿਲਕੁਲ ਸਹੀ। ਉਹ 2 ਸਾਲ ਇਹਨਾਂ ਨਾਲ ਰਿਹਾ, ਅਗਲੀ ਚੋਣ 'ਚੋਂ ਫਿਰ ਇਹਨਾਂ ਨੂੰ ਛੱਡ ਕੇ ਦੂਜੇ ਪਾਸੇ ਚਲਾ ਗਿਆ। ਉਹ ਤੇ ਇੱਥੇ ਗੰਗਾ ਨਹਾਉਣ ਆਇਆ ਸੀ ਕਿ ਮੈਂ ਇੱਕ ਵਾਰੀ ਜਿਹੜਾ ਮੇਰੇ ਤੇ ਦੋਸ਼ ਲਾਉਂਦੇ ਉਹ ਖੜਾ ਚਾਲਾ
ਜੇ ਕੋਈ ਲਊਗਾ ਮੈਂ ਆਖੋ ਤੁਹਾਡੇ 'ਚ ਵੀ ਰਿਹਾ ਹੀ। ਆਪੋਜੀਸ਼ਨ ਦਾ ਲੀਡਰ ਵੀ ਉੱਥੇ ਗੁਜਰਾਤ ਦੇ ਵਿੱਚੋਂ ਰਿਹਾ ਕਾਂਗਰਸ ਦਾ, ਅੱਛਾ ਜੀ। ਤੇ ਪਹਿਲਾਂ ਭਾਜਪਾ ਵੱਲੋਂ ਮੁੱਖ ਮੰਤਰੀ ਵੀ ਸੀ। ਹੂੰ। ਉਹ ਸਾਰੇ ਲੋਕ ਦੋਸ਼ੀ ਸਨ। ਔਰ ਇਹਦੇ ਵਿੱਚ ਹੀ ਲਿਬਰੇਹਾਨ ਕਮਿਸ਼ਨ ਨੇ ਆਖਿਆ ਕਿ ਕੁਝ ਬੰਦੇ ਮਾਡਰੇਟ ਨੇ, ਸੋ ਕਾਲਡ ਸਿਊਡੋ ਮਾਡਰੇਟ। ਉਹ ਸਿਊਡੋ ਮਾਡਰੇਟ ਦੇ ਵਿੱਚ ਉਹਨੇ ਆਖਿਆ ਕਿ ਇੱਕ ਪਹਿਲਾ ਨਾਂ ਅਟਲ ਬਿਹਾਰੀ ਵਾਜਪਾਈ ਦਾ, ਦੂਸਰਾ ਲਾਲ ਕ੍ਰਿਸ਼ਨ ਅਡਵਾਨੀ ਦਾ, ਤੀਸਰਾ ਉਹਨੇ ਆਖਿਆ ਮੁਰਲੀ ਮਨੋਹਰ ਜੋਸ਼ੀ ਦਾ, ਜਿਹੜੇ ਵਿਖਾਵੇ ਦੇ ਮਾਡਰੇਟ ਹੈ ਪਰ ਮਿਲ ਕੇ ਸਭ ਕੁਝ ਕਰਾਇਆ। ਅੱਛਾ ਜੀ। ਲਿਬਰੇਹਾਨ ਕਮਿਸ਼ਨ ਦੀਆਂ ਰਿਪੋਰਟਾਂ ਵੀ ਹੋਣ, ਅਦਾਲਤ ਨੇ ਫਿਰ ਵੀ ਬੰਦੇ ਬਰੀ ਕਰਤੇ। ਇਹ ਵੈਸੇ ਮੁਕੱਦਮਾ ਕਿੱਦਾਂ ਚੱਲਿਆ ਸੀ ਇਸ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ, ਕਿ ਜਾਂ ਤੋਂ ਪਹਿਲਾਂ ਵੀ ਹੋਰ ਕੋਈ ਕਹਾਣੀ ਸੀ? ਦੇਖੋ, ਕਮਿਸ਼ਨ ਦੀ ਰਿਪੋਰਟ ਤੋਂ ਪਹਿਲਾਂ ਜਿਹੜਾ ਉਸੇ ਰਾਤ ਪਰਚਾ ਦਰਜ ਹੋਇਆ ਉਹ ਇਹ ਸੀਗਾ ਕਿ ਮੁੱਖ ਮੰਤਰੀ ਕਲਿਆਣ ਸਿੰਘ ਨੇ ਇਹ ਲਿਖ ਕੇ ਦਿੱਤਾ ਸੀ ਕਿ ਮੈਂ ਬਾਬਰੀ ਮਸਜਿਦ ਤੇ ਸਿਕਿਉਰਿਟੀ ਲਾਉਂਗਾ ਜੀ। ਫਿਰ ਉਹਦੇ ਤੋਂ ਬਾਅਦ ਇਹਨੇ ਸਿਕਿਉਰਿਟੀ ਲਾਈ 3-3 ਕਿਲੋਮੀਟਰ ਪਿੱਛੇ, ਤੇ ਕਾਰ ਸੇਵਕ ਪਹਿਲਾਂ ਇਕੱਠੇ ਹੋ ਚੁੱਕੇ ਸਨ। ਉਹਨਾਂ ਨੇ ਰਸਤੇ 'ਚ ਵੱਡੇ ਰੁੱਖ ਵੱਢ ਕੇ ਸੁੱਟਤੇ, ਟਾਇਰਾਂ ਨੂੰ ਅੱਗਾਂ ਲਾਤੀਆਂ, ਚਾਰਜ ਫਿਰ ਇਹੋ ਜਿਹਾ ਪ੍ਰਬੰਧ ਕਰਤਾ ਕਿ ਮਿਲਟਰੀ ਵੀ ਆਵੇ ਤਾਂ ਉੱਥੋਂ ਤੱਕ ਪਹੁੰਚ ਨਹੀਂ ਸਕਦੀ। ਉਹਨਾਂ ਅੱਗਾਂ ਵਗਦੀਆਂ ਇੰਨਾ ਘੇਰਾ ਵੜਤਾ, ਉਹਦੇ ਅੰਦਰ ਬਾਬਰੀ ਮਸਜਿਦ ਢਾਤੀ। ਉਹ ਪਰਚਾ ਦਰਜ ਹੋਇਆ, ਉਸ ਪਰਚੇ ਤੇ ਕਾਰਵਾਈ ਹੋਈ, ਇਹਨਾਂ ਦੀਆਂ ਜ਼ਮਾਨਤਾਂ ਵੀ ਹੋਈਆਂ, ਮੁਕੱਦਮਾ ਚੱਲਦਾ ਰਿਹਾ। ਹੁਣ ਤਾਂ ਮੁਕੱਦਮਾ ਮੁੱਕਣ ਤੋਂ ਪਹਿਲਾਂ ਜਿਹੜਾ ਦੂਸਰੀ ਧਿਰ ਦਾ ਬੰਦਾ ਸੀ, ਮੁੱਖ ਤੌਰ ਤੇ ਅੰਸਾਰੀ ਜੀ, ਉਹਨੇ ਕਹਿਤਾ ਜੀ ਛੱਡੋ, ਹੁਣ ਅਡਵਾਨੀ ਸਾਹਿਬ ਵੀ ਬੁੱਢੇ ਹੋਏ, ਸਾਰੇ ਬੁੱਢੇ ਹੋਏ। ਹੁਣ ਜਦੋਂ ਬਾਬਰੀ ਮਸਜਿਦ ਵਾਲਾ ਮਾਮਲਾ ਖਤਮ ਹੋ ਗਿਆ, ਰਾਮ ਮੰਦਿਰ ਬਣ ਗਿਆ, ਮਸਜਿਦ ਵਾਸਤੇ ਪਰਾਂ ਧਰਨੀ ਪਿੰਡ ਦੇ ਵਿੱਚ ਉਹਨਾਂ ਨੂੰ ਵੱਖਰੀ ਜਗ੍ਹਾ ਦੇ ਦਿੱਤੀ ਗਈ ਹੈ ਜੀ, ਤੇ ਹੁਣ ਇਹ ਮੈਂ ਚਾਹੁੰਦਾ ਕਿ ਨਿਬੇੜਤਾ ਜਾਵੇ। ਉਹਨੇ ਵੀ ਅਪੀਲ ਕਰਤੀ ਤੇ ਅਦਾਲਤ ਨੇ ਵੀ ਨਿਬੇੜਤਾ। ਚਲੋ ਜੱਜ ਸਾਹਿਬ ਵੀ ਰਿਟਾਇਰ ਹੋ ਚੱਲੇ ਜੀ, ਵਿਹਲੇ ਹੋ ਗਏ ਇਸ ਕੰਮ ਤੋਂ। ਕਿ ਜਿਹੜਾ ਭਾਜਪਾ ਦਾ ਮੁੱਖ ਮੰਤਰੀ ਕਲਿਆਣ ਸਿੰਘ ਉਸ ਵਕਤ ਜੀ ਸਭ ਤੋਂ ਅੱਗੇ ਲੱਗਾ ਸੀ, ਉਹ ਕਲਿਆਣ ਸਿੰਘ ਬਾਅਦ ਵਿੱਚ ਕੁਝ ਗੱਲਾਂ ਤੋਂ ਭਾਜਪਾ ਨਾਲ ਨਾਰਾਜ਼ ਹੋ ਗਿਆ। 1999 'ਚ ਵਾਜਪਾਈ ਦੀ ਸਰਕਾਰ ਦੇ ਹੁੰਦਿਆਂ ਉਹ ਪਾਰਟੀ ਛੱਡ ਗਿਆ ਜੀ। ਰਾਜਨਾਥ ਸਿੰਘ ਨੂੰ ਪਹਿਲਾਂ ਇੱਕ ਹੋਰ ਗੁਪਤਾ ਸੀ ਕੋਈ, ਉਹਨੂੰ, ਇਹ 2-3 ਬੰਦਿਆਂ ਨੂੰ ਵਾਰੀ-ਵਾਰੀ ਮੁੱਖ ਮੰਤਰੀ ਬਣਾਇਆ ਗਿਆ, ਉਹਨੂੰ ਬਾਹਰ ਕੱਢਤਾ ਗਿਆ। ਜਦੋਂ ਉਹ ਬਾਹਰ ਨਿਕਲਿਆ, ਉਦੋਂ ਨੇ ਲਿਬਰੇਹਾਨ ਕਮਿਸ਼ਨ ਦੇ ਵਿੱਚ ਜਾ ਕੇ ਇਹਨਾਂ ਸਾਰਿਆਂ ਦੇ ਖਿਲਾਫ ਬਿਆਨ ਦਿੱਤੇ ਸੀ ਜੀ, ਵੀ ਇਹਨਾਂ ਨੇ ਬਾਬਰੀ ਮਸਜਿਦ ਢਵਾਈ ਹੈ ਤੇ ਮੈਨੂੰ ਦੱਸਿਆ ਨਹੀਂ ਕਿ ਆਹ ਕੰਮ ਕਰਨਾ, ਤੇ ਸਾਜ਼ਿਸ਼ ਇਹਨਾਂ ਕੀਤੀ ਹੈ। ਉਦੋਂ ਨੇ ਇੱਕ ਇੰਟਰਵਿਊ ਦਿੱਤੀ ਸੀ ਟੀਵੀ ਚੈਨਲ ਤੇ, ਉਦੋਂ ਕੱਲਾ ਅਜੇ ਤੱਕ ਜ਼ੀ ਚੱਲਿਆ ਸੀਗਾ ਜੀ, ਔਰ ਉਹ ਵੀ ਕੁਝ ਘੰਟੇ ਚੱਲਦਾ ਸੀ, 24/7 ਨਹੀਂ ਸੀ, ਇਹਦੇ ਕੁਝ ਘੰਟੇ ਚੱਲਦਾ ਹੁੰਦਾ ਸੀ। ਅੱਜ ਤੱਕ ਉਹ ਤੋਂ ਕਈ ਸਾਲ ਬਾਅਦ ਚੱਲਦਾ, ਬਾਕੀ ਸਾਰੇ ਬਾਅਦ ਚ ਆਏ ਨੇ। ਉਹ ਜਿਹੜਾ ਜ਼ੀ ਨਿਊਜ਼ ਸੀ ਉਹਦੇ ਵਿੱਚ ਨਹੀਂ ਸੀ ਆਈ, ਜ਼ੀ ਨਿਊਜ਼ ਨਹੀਂ, ਉਹਦੇ ਜੀ ਟੀਵੀ ਕੱਲਾ ਹੁੰਦਾ ਸੀ ਜੀ ਜੀ, ਜ਼ੀ ਨਿਊਜ਼ ਤੇ ਬਾਅਦ ਚ ਆਇਆ, ਬੜਾ ਚਿਰ ਬਾਅਦ ਜੀ ਜੀ। ਅੱਛਾ, ਉਦੋਂ BBC ਲੰਡਨ ਦੁਨੀਆ 'ਚ ਸਭ ਤੋਂ ਵੱਧ ਪ੍ਰਚਾਰਿਆ ਜਾਂਦਾ ਸੀ, ਤੇ ਉਹਦੀ ਵੀ ਟੀਵੀ ਸਰਵਿਸ ਨਹੀਂ, ਜਿਹੜੀ ਹਿੰਦੀ ਸਰਵਿਸ ਸੀ, ਜਿਹੜਾ ਉਹਨਾਂ ਦੇ ਖਬਰਾਂ ਵਾਲਾ ਰੇਡੀਓ ਸੀ ਉਹ ਸੀ। ਉਹ ਜਿਹੜਾ ਰੇਡੀਓ ਸੀ ਉਹਨੂੰ ਉਹਨੇ ਜਿਹੜੀ ਇੰਟਰਵਿਊ ਦਿੱਤੀ ਕਲਿਆਣ ਸਿੰਘ ਨੇ ਬਾਗੀ ਹੋ ਕੇ, ਉਹ ਮੈਂ ਤੁਹਾਨੂੰ ਪੜ੍ਹ ਕੇ ਦੱਸਦਾ। ਉਹਨੂੰ ਪੁੱਛਿਆ ਗਿਆ ਹੂ ਇਜ਼ ਰਿਸਪੋਂਸੀਬਲ ਫਾਰ ਦ ਡੈਮੋਲੀਸ਼ਨ ਆਫ ਬਾਬਰੀ ਮਸਜਿਦ। ਕਲਿਆਣ ਸਿੰਘ ਦਾ ਮਾਈ ਓਪਨਿੰਗ ਰਿਮਾਰਕਸ ਆਰ that I had no hand directly or indirectly in pulling down the structure. Despite that, I accepted the responsibility, and due to whatever happened on 6th December 1992, I owned moral responsibility and resigned from the post of Chief Minister. मैं इस करके इस्तीफा देता सी। अगली गल की कहंदा, so far the conspiracy is concerned, I was kept totally in dark. I was deceived. मैंने धोखा दिता गया। किन्ने? It was a breach of trust. ਭਰੋਸਾ ਤੋੜਨ ਵਾਲੀ ਗੱਲ ਕੀਤੀ ਹੈ ਕਿਹਨਾਂ ਨੇ? ਦ ਐਂਟਾਇਰ ਸੰਘ ਪਰਿਵਾਰ, ਵੈਦਰ ਇਟ ਬੀ ਦ ਵਿਸ਼ਵ ਹਿੰਦੂ ਪਰਿਸ਼ਦ, ਬਜਰੰਗ ਦਲ ਔਰ ਦ BJP. They hatched a conspiracy and I was not told anything. You can guess the depth of their conspiracy and secrecy by the fact that Mr. Tej Shankar, who was appointed by the Supreme Court, reported that till 11:30 AM that day, everything was normal and nothing was wrong. ਉਹ ਕਹਿੰਦਾ ਉਦੋਂ ਤੱਕ ਸਾਰਾ ਕੁਝ ਨਾਰਮਲ ਸੀ, ਸਵੇਰੇ 11:30 ਵਜੇ ਤੱਕ। ਹਾਫ ਐਨ ਆਵਰ ਆਫਟਰ ਹਿਸ ਸਟੇਟਮੈਂਟ ਦ ਡੋਮ ਆਫ ਦ ਸਟਰਕਚਰ ਵਾਜ਼ ਪੁਲਡ ਡਾਊਨ। ਉਹ ਤੋਂ ਅੱਧਾ ਘੰਟਾ ਬਾਅਦ ਡਿੱਗਣੀ ਸ਼ੁਰੂ ਕਰ ਦਿੱਤੀ ਗਈ। ਫਿਰ ਸਵਾਲ ਪੁੱਛਿਆ ਗਿਆ, ਵੇਰ ਯੂ ਯੂਜ਼ਡ ਬਾਈ ਦ BJP ਟੂ ਇਨਕਰੀਜ਼ ਇਟਸ ਵੋਟ ਬੈਂਕ ਐਂਡ ਇਫ ਯੂ ਹੈਡ ਵਾਂਟਡ ਦ ਮਸਜਿਦ ਡੈਮੋਲੀਸ਼ਨ ਕੁਡ ਹੈਵ ਬੀਨ ਪ੍ਰੀਵੈਂਟਡ। ਤੁਸੀਂ ਰੋਕ ਸਕਦੇ ਸੀ ਇਹਨੂੰ। ਉਹ ਕਹਿੰਦਾ, ਵੈਲ ਦ ਪਾਲਿਸੀ ਆਫ ਦ BJP ਫਾਰ ਮੀ ਐਜ਼ ਵੈਲ ਐਜ਼ ਫਾਰ ਆਲ, ਬਾਕੀ ਸਾਰਿਆਂ ਨਾਲ ਵੀ ਇਹਨਾਂ ਦੀ ਜਿਹੜੀ ਪਾਲਿਸੀ ਹੈ ਤੇ ਮੇਰੇ ਨਾਲ ਵੀ ਹੈ, is first use the person to the maximum and then throw him out. ਕਿ ਵਰਤਦੇ ਆ, ਭਵਾ ਕੇ ਮਾਰਦੇ। This is the what was done with me. I had served this party with my blood and sweat for 40 years. It was reduced to the party of 2 MPs. 2 MP ਹੁੰਦੇ ਸੀ ਇਹਨਾਂ ਦੇ। It was due to my efforts
that they were able to form a government at the center. In Uttar Pradesh, they merely had 8 MLAs. I made the rule twice in the state. They used me and then threw me out of the power. ਫਿਰ ਉਹ ਇਹਨਾਂ ਦੇ ਨਾਂ ਲੈਂਦਾ ਅੱਗੇ ਜੀ ਉਹ ਕਹਿੰਦਾ ਟੂ ਲੀਡਰਸ ਆਫ VHP ਲੇਟ ਵਿਜੇ ਰਾਜੇ ਸਿੰਧੀਆ ਐਂਡ ਨਾਓ ਦ ਯੂਨੀਅਨ ਮਿਨਿਸਟਰ ਆਫ ਹੋਮ ਸਵਾਮੀ ਚਿਨਮਯਾਨੰਦ ਹੈਡ ਗਿਵਨ ਟੂ ਮੀ ਇਨ ਰਾਈਟਿੰਗ ਕਿ ਅਸੀਂ ਬਾਬਰੀ ਮਸਜਿਦ ਨਹੀਂ ਢਾਵਾਂਗੇ। ਫਿਰ ਉਹ ਕਹਿੰਦਾ ਸੀ do not go by the definition given by Mr. Advani in Gujarat when more than two ਗੁਜਰਾਤ ਦੇ ਦੰਗਿਆਂ ਦੀ ਗੱਲ ਕਰਦਾ in Gujarat when more than 2000 innocent were murdered the wombs of pregnant women were torn apart to kill the unborn by throwing them into fire। ਕਹਿੰਦਾ ਉੱਥੇ ਗੁਜਰਾਤ ਵਿੱਚ ਔਰਤਾਂ ਦੇ ਪੇਟ ਚੀਰ ਕੇ ਵਿੱਚੋਂ ਬੱਚੇ ਕੱਢ ਕੇ ਅੱਗ 'ਚ ਸੁੱਟੇ ਗਏ। ਇਹ ਉਹਦਾ ਬਿਆਨ ਆ ਕਲਿਆਣ ਸਿੰਘ ਦਾ। ਬੋਥ ਅਡਵਾਨੀ ਅੱਛਾ ਥਰੋਨ ਟੂ ਫਾਇਰ ਇਟ ਵਾਸ ਡਿਫਾਈਨਡ ਐਜ਼ ਹਿੰਦੂ ਤਵਾ ਬਾਈ ਨਰਿੰਦਰ ਮੋਦੀ। ਕਹਿੰਦਾ ਉਦੋਂ ਬੱਚੇ ਪੇਟ ਚੋਂ ਕੱਢ ਕੇ ਅੱਗੇ ਸੁੱਟ ਗਏ। ਨਰਿੰਦਰ ਮੋਦੀ ਕਹਿੰਦਾ ਸੀ ਹਿੰਦੂ ਤਵਾ। ਉਹ ਕਹਿੰਦਾ ਬੋਥ ਅਡਵਾਨੀ ਐਂਡ ਵਾਜਪਾਈ ਹੈਡ ਡਿਫੈਂਡਡ ਦਿਸ ਵਰਜ਼ਨ ਆਫ ਹਿੰਦੂ ਤਵਾ। ਉਹ ਕਹਿੰਦਾ ਇਹ ਸਾਰਾ ਕੁਝ ਸੀ। ਉਹਨੇ RSS ਦੇ ਸਤਸੰਗ ਚਾਲਕ ਰਾਜੂ ਭਈਆ ਦਾ ਨਾਮ ਹੀ ਲਿਆ। ਉਹਨੇ ਆਖਿਆ ਸਾਰੇ ਉਹ 'ਚ ਰਲੇ ਸੀ। ਇਹ ਕਦੋਂ ਦੀ ਇੰਟਰਵਿਊ ਤੁਸੀਂ ਦੱਸੀ? ਇਹ ਉਹਦੀ ਇੰਟਰਵਿਊ ਇੱਥੇ ਮੇਰੇ ਕੋਲ ਤਰੀਕ ਲਿਖੀ ਹੈ ਇਹਦੀ, ਮੈਂ ਸੰਭਾਲ ਕੇ ਰੱਖੀ ਆ। ਇਹ ਹੈਗੀ ਆ 14 ਜੁਲਾਈ 2003 ਦੀ ਤੇ 2004 'ਚੋਂ ਫਿਰ ਵਾਪਸ ਆ ਗਿਆ ਵਾਜਪਾਈ ਸਰਕਾਰ ਟੁੱਟਣ ਤੋਂ ਬਾਅਦ। ਜਦੋਂ ਵਾਪਸ ਆ ਗਿਆ ਤੇ ਫਿਰ ਉਸ ਵਕਤ ਇਹ ਵਾਜਪਾਈ ਸਰਕਾਰ ਟੁੱਟਣ ਤੋਂ ਪਹਿਲਾਂ ਹੀ ਤੇ ਉਹਨਾਂ ਨੇ ਮੁੜ ਕੇ ਇਹਨੂੰ ਗਵਰਨਰ ਬਣਾਤਾ। ਫਿਰ ਉਦੋਂ ਬਾਅਦ ਇਹ ਐਸ਼ ਕਰਦਾ ਰਿਹਾ, ਮੁੜ ਕੇ ਪੁਰਾਣੇ ਬਿਆਨਾਂ ਤੋਂ ਭੱਜ ਗਿਆ। ਫਿਰ ਇਹਨੇ ਜਦੋਂ ਅਦਾਲਤ ਵਿੱਚ ਇਹਨੂੰ ਸੱਦ ਕੇ ਪੁੱਛਿਆ ਗਿਆ ਵੀ ਤੂੰ ਆਹ ਬਿਆਨ ਦਿੱਤੇ ਸੀ ਤੇ ਤੇਰੇ ਬਿਆਨਾਂ ਦੇ ਮੁਤਾਬਕ ਤੇ ਮੁਕੱਦਮਾ ਬਣਦਾ ਕਿ RSS ਦਾ ਮੁਖੀ ਵੀ ਸ਼ਾਮਲ ਸੀ, ਇਹ ਸਾਰੇ ਲੋਕ ਸ਼ਾਮਲ ਸੀ। ਕਹਿੰਦਾ ਜੀ ਉਦੋਂ ਮੈਨੂੰ ਗੁੱਸਾ ਸੀ ਨਾ ਤੇ ਮੈਂ ਤਾਂ ਬਿਆਨ ਦਿੱਤੇ ਸੀ। ਐਂਡ ਯੂਜ਼ ਐਂਡ ਥਰੋ ਵਾਲਾ ਜਿਹੜਾ ਮੈਂ ਲਾਈਨ ਤੁਸੀਂ ਜਦੋਂ ਬੋਲੀ ਨਾ ਤੇ ਮੇਰੇ ਦਿਮਾਗ 'ਚ ਅਚਾਨਕ ਪੰਜਾਬ ਦੇ ਮੌਜੂਦਾ ਹਾਲਾਤ ਆ ਗਏ ਤੇ ਇੱਕ ਅਲਾਇੰਸ ਜਿਹੜਾ ਤਾਜ਼ਾ ਟੁੱਟਿਆ ਉਹ ਆ ਗਿਆ ਅਕਾਲੀ ਦਲ। ਨਹੀਂ ਇਹ ਤੋਂ ਪਹਿਲਾਂ ਇਹੋ ਗੱਲ ਜਿਹੜੇ ਸ਼ਿਵ ਸੈਨਾ ਵਾਲੇ ਵੀ ਕਹਿੰਦੇ ਸੀ, ਹਾਂ ਹੁਣ ਅਕਾਲੀ ਵੀ ਕਹਿੰਦੇ ਆ ਇਹਨੇ ਸਾਨੂੰ ਯੂਜ਼ ਕੀਤਾ ਥਰੂ ਕਰਤਾ। ਅੱਛਾ ਸ਼ਿਵ ਸੈਨਾ ਵੀ ਇਹੋ ਕਹਿੰਦੀ ਆ। ਪਰ ਕੱਲ ਭਾਜਪਾ ਦਾ ਜਿਹੜਾ ਪੰਜਾਬ ਦਾ ਪ੍ਰਧਾਨ ਹੈ ਅਸ਼ਵਨੀ ਸ਼ਰਮਾ ਜੀ, ਉਹਨੇ ਗੱਲ ਹੀ ਨਹੀਂ ਬੈਠਦੀ ਹੈ। ਉਹਨੇ ਲੁਧਿਆਣੇ 'ਚ ਪ੍ਰੈਸ ਕਾਨਫਰੰਸ ਕੀਤੀ ਹੈ। ਉਹ ਕਹਿੰਦਾ ਜੀ ਬੜੀ ਸਪਸ਼ਟ ਗੱਲ ਹੈ, ਸਾਡੇ ਵਰਕਰ ਲੱਗ ਗਏ, ਸਾਡੇ ਲੀਡਰ ਲੱਗ ਗਏ, ਅਸੀਂ ਅਗਲੀਆਂ 2022 ਦੀਆਂ ਚੋਣਾਂ 'ਚ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲੜਨ ਦੀ ਤਿਆਰੀ ਕਰਦੇ ਪਏ ਆ। ਸਾਨੂੰ ਹੁਣ ਕਿਸੇ ਦੀ ਕੋਈ ਲੋੜ ਨਹੀਂ। ਬਿਲਕੁਲ ਸਹੀ। ਜਦੋਂ ਇੱਥੋਂ ਤੱਕ ਪਹੁੰਚ ਗਿਆ ਤੇ ਫਿਰ ਜਿਹੜੇ ਅਕਾਲੀ ਆ, ਅਕਾਲੀ ਤਾਂ ਹੁਣ ਰੱਬ ਵਾਲੀ ਸਮਝਣ। ਇਹ ਹੁਣ ਐਵੇਂ ਤਾਂ ਨਹੀਂ ਇਹ ਸੁਖਬੀਰ ਸਿੰਘ ਬਾਦਲ ਤੇ ਮਤਲਬ ਜਿਹੜੀ ਸੱਟ ਪਈ ਉਸ ਤੋਂ ਬਾਅਦ ਇਹਨੇ ਵਿਰਕਦੇ ਫਿਰਦੇ ਬੀਬੀ ਹਰਸਿਮਰਤ ਕੌਰ ਵੀ ਮੁੜ ਕੇ ਮੈਂ ਦਿੱਲੀ ਦੀਆਂ ਕੰਧਾਂ ਹਿਲਾ ਦਿਆਂਗੀ। ਅੱਜ ਇੱਕ ਬਿਆਨ ਸੀਗਾ ਪੰਸਦ, ਸ਼ਾਇਦ ਤੁਸੀਂ ਪੜ੍ਹਿਆ ਹੋਵੇ, ਮੈਂ ਸਵੇਰੇ ਵੀ ਗੱਲ ਕਰਦਾ ਸੀ ਬਾਠ ਹੋਰਾਂ ਨਾਲ ਕਿ ਵੀ ਇੰਨੇ ਦਿਨਾਂ ਦਾ ਹਰਸਿਮਰਤ ਬਾਦਲ ਹੋਰਾਂ ਦਾ ਬਿਆਨ ਸੀਗਾ ਵੀ ਅਸੀਂ ਇਹ ਕਹਿੰਦੇ ਹਾਂ ਵੀ ਇਹ ਕਿਸਾਨਾਂ ਦੇ ਹੱਕ 'ਚ ਹੈ ਬਿੱਲ, ਪਰ ਅਸੀਂ ਸਮਝਾ ਨਹੀਂ ਪਾਏ। ਪਰ ਅੱਜ ਇੱਕ ਅਖਬਾਰ ਨੇ ਛਾਪਿਆ ਕਿ ਉਹ ਕਹਿੰਦੇ ਕਿ ਮੰਤਰੀ ਮੰਡਲ ਦੀ ਬੈਠਕ 'ਚ ਮੈਂ ਨਰਿੰਦਰ ਮੋਦੀ ਨਾਲ ਲੜੀ ਕਿ ਬਿੱਲ ਹੱਕ 'ਚ ਨਹੀਂ ਹੈ। ਲੜਨ ਦੀ ਜ਼ਰੂਰਤ ਨਹੀਂ ਕਿਸੇ ਦੀ। ਨਹੀਂ, ਪਰ ਨਾਲ ਕਹਿੰਦੇ ਵੀ ਮੰਤਰੀ ਮੰਡਲ ਦੀ ਆਵਾਜ਼ ਇਹ ਨਹੀਂ ਸੀ ਵੀ ਮੇਰੀ ਆਵਾਜ਼ ਦਬਾ ਦਿੱਤੀ ਗਈ। ਇਹ ਹੁਣ ਕਹੀ ਗੱਲ, ਇਹ ਲੜ ਹੀ ਨਹੀਂ ਸਕਦੀ ਉੱਥੇ। ਜੇ ਲੜੀ ਹੁੰਦੀ ਤੇ ਜਿੱਦਣ ਨੇ ਅਸਤੀਫਾ ਦਿੱਤਾ ਇਹ ਗੱਲ ਇਹਨੇ ਉਦਣ ਕਹਿ ਦੇਣੀ ਸੀ। ਆਫਟਰ ਥਾਟ ਹੈ, ਉਸ ਤੋਂ ਬਾਅਦ ਗੱਲਾਂ ਕਰਦੀ ਹੈ। ਜਿੱਦਣ ਉੱਥੋਂ ਬਾਹਰ ਆਈ ਹੈ ਉਦਣ ਹੀ ਇਹ ਗੱਲ ਇਹਨੇ ਕਹਿ ਦੇਣੀ ਸੀ। ਇੰਨੇ ਦਿਨ ਰੋਕਣ ਦੀ ਕੀ ਲੋੜ ਸੀ? ਤੁਸੀਂ ਸਮਝਦੇ ਜਿੱਦਾਂ ਦਾ ਉਹਦਾ ਸੁਭਾਅ ਇੰਨੇ ਦਿਨ ਰੋਕ ਕੇ ਬੈਠੀ ਹੋਊਗੀ। ਉਹ ਪਰਸੋਂ ਇੱਕ TV ਚੈਨਲ ਨੇ ਇੰਟਰਵਿਊ ਕੀਤੀ, ਉਹ 'ਚ ਸਾਫ਼ ਪਤਾ ਲੱਗਦਾ ਕਿ ਦੋਵੇਂ ਜਣੇ ਬੈਠੇ ਹੁਣ ਸੁਖਬੀਰ ਸਿੰਘ ਬੋਲਦਾ ਨਹੀਂ, ਬੀਬੀ ਬੋਲੀ ਜਾਂਦੀ ਹੈ। ਤੇ ਜੇ ਉਹ ਸੱਚੀ ਮੁੱਚੀ ਉਹਦੇ ਨਾਲ ਮੋਦੀ ਨਾਲ ਲੜ ਕੇ ਆਈ ਹੁੰਦੀ ਤੇ ਅਸਤੀਫਾ ਦੇਣ ਤੋਂ ਬਾਅਦ ਵੀ ਉਹ ਤਾਂ ਇਹ ਕਹਿੰਦੀ ਰਹੀ ਹੈ ਕਿ ਬਿੱਲ ਤਾਂ ਕਿਸਾਨਾਂ ਦੇ ਭਲੇ ਦਾ, ਅਸੀਂ ਇਹਨਾਂ ਨੂੰ ਸਮਝਾ ਨਹੀਂ ਸਕੇ। ਹੁਣ ਆਫਟਰ ਥਾਟ ਹੈ, ਨਵੀਂ ਗੱਲ ਉਹਨੇ ਬਣਾ ਲਈ ਹੈ। ਜੇ ਸੱਚੀ ਮੁੱਚੀ ਉਹ ਲੜੀ ਹੁੰਦੀ ਤੇ ਉਹਨੇ ਪਹਿਲੇ ਦਿਨ ਜਦੋਂ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਆਈ ਹੈ ਤੇ ਉੱਥੇ ਆ ਕੇ ਆਖਿਆ ਕਿ ਬਿੱਲ ਤੇ ਕਿਸਾਨਾਂ ਦੇ ਭਲੇ ਦਾ, ਅਸੀਂ ਇਹ ਸਮਝਾ ਨਹੀਂ ਸਕੇ। ਇਹ ਗੱਲ ਤਾਂ ਉਹਨੇ ਉਦੋਂ ਕਹਿਣੀ। ਇੰਨੇ ਦਿਨ ਰੁਕਣ ਵਾਲੀ ਉਹ ਥੋੜੀ। ਬਸ ਹੁਣ ਜਾਂਦੇ ਇਹ ਵੀ ਦੱਸ ਦਿਓ, ਜੇ ਅਸ਼ਵਨੀ ਸ਼ਰਮਾ ਹੋਣੀ ਕਹਿੰਦੇ ਆ ਵੀ ਆਪਾਂ ਹੁਣ ਤਿਆਰੀ ਕਰ ਲਈ 117 ਸੀਟਾਂ ਆਪਾਂ ਲੜਨੀਆਂ, ਇਹਦੋਂ ਪਹਿਲਾਂ ਪੰਚਾਇਤੀ ਚੋਣਾਂ, ਜੇ ਕੋਈ ਜ਼ਿਮਨੀ ਚੋਣ ਆ ਗਈ ਜਾਂ ਜੇ ਕੋਈ ਮਿਊਨਿਸਪੈਲਿਟੀ ਦੀਆਂ ਇਲੈਕਸ਼ਨ ਆ ਗਈਆਂ ਤਾਂ ਉਹ ਵੀ BJP ਆਪਣੇ ਕਮਲ ਦੇ ਨਿਸ਼ਾਨ 'ਤੇ ਲੜੂਗੀ। ਇਹ ਇੱਕ ਵਾਰ ਵੀ ਉਸ ਚੀਜ਼ ਦੇ ਉੱਪਰ ਥੋਟ ਨਹੀਂ ਦਿੱਤਾ ਗਿਆ ਵੀ ਯਾਰ ਜਿਹੜੇ ਇੰਨੇ ਚਿਰ ਦੇ ਭਾਈਵਾਲ ਸੀ ਸਾਡੇ 22-24 ਸਾਲ ਦੇ, ਉਹਨਾਂ ਨੂੰ ਮਨਾ ਲਈਏ ਤੇ ਅਗਲੀ ਤਿਆਰੀ ਸ਼ੁਰੂ ਕਰ ਲਈ। ਇਹਨੂੰ ਕਿਵੇਂ ਦੇਖਦੇ? ਦੇਖੋ ਗਿਆ ਸੋ ਗਿਆ, ਹੁਣ ਅਗਲੀ ਤਿਆਰੀ ਇਹਨਾਂ ਨੇ ਕਰਨੀ ਸ਼ੁਰੂ ਕਰਤੀ ਹੈ। ਅਕਾਲੀ ਦਲ ਦੇ ਵਿੱਚੋਂ ਜਿਹੜੀਆਂ ਕਨਸੂਆਂ ਆਉਂਦੀਆਂ ਉਹ ਸੁਖਬੀਰ ਹੋਰਾਂ ਵਾਸਤੇ ਚੰਗੀਆਂ ਨਹੀਂ। ਅੰਦਰੋਂ ਜਿਹੜੀਆਂ ਗੱਲਾਂ ਸੁਣਦੀਆਂ ਅਕਾਲੀ ਦਲ ਦੇ ਲੀਡਰਾਂ 'ਚੋਂ ਬਹੁਤ ਛੋਟਾ ਜਿਹਾ ਸੈਕਸ਼ਨ ਜਿਹੜਾ ਉਹਨਾਂ ਦੇ ਨਾਲ, ਬਾਕੀ ਉਸ ਪਰਿਵਾਰ ਦੇ ਖਿਲਾਫ ਇੰਨੀਆਂ ਗੱਲਾਂ ਕਰਦੇ ਨੇ। ਜੇ ਉਹਨਾਂ ਨੂੰ ਪੁੱਛੋ ਵੀ ਜਲਸਿਆਂ ਵਿੱਚ ਤਾਂ ਤੁਸੀਂ ਅਜੇ ਵੀ ਸੁਖਬੀਰ ਸਿੰਘ ਬਾਦਲ ਨਾਲ ਜਾਂਦੇ, ਕਹਿੰਦੇ ਜੀ ਉਹਦੇ ਨਾਲ ਨਹੀਂ ਜਾਂਦੇ, ਅਸੀਂ ਪਾਰਟੀ ਬਚਾਉਣ ਦਾ ਯਤਨ ਕਰ ਰਹੇ ਹਾਂ। ਜਿੱਦਣ ਕਿਸੇ ਪਾਸੇ ਗਏ ਸਾਰੇ ਇਕੱਠੇ ਜਾਣਗੇ। ਹੁਣ ਜਾਂਦੇ ਆ ਕਿ ਨਹੀਂ ਜਾਂਦੇ ਇਹ ਤੇ ਬਾਅਦ ਦੀਆਂ ਗੱਲਾਂ। ਉਸ ਪਾਰਟੀ ਦੀ ਜਿਹੜੀ ਪੋਜੀਸ਼ਨ ਬਣੀ ਪਈ ਆ ਉਹਦੇ 'ਚ ਹੁਣ ਇਹ
ਉਸ ਪਾਰਟੀ ਨੂੰ ਸੋਚਣਾ ਪਊਗਾ ਕਿ ਕੀ ਹੁੰਦਾ ਪਿਆ। ਹੂੰ। ਪਰ ਇੱਧਰ ਜਿਹੜੀ ਭਾਰਤੀ ਜਨਤਾ ਪਾਰਟੀ ਹੈ, ਇਹ ਆਪਣੇ ਤੌਰ ਤੇ ਸੋਚ ਚੁੱਕੀ ਆ ਕਿ ਇਹਨਾਂ ਦੇ ਨਾਲ ਜਿੰਨਾ ਕੁ ਸਾਥ ਨਿਭ ਸਕਦਾ ਸੀ ਅਸੀਂ ਨਿਭਾ ਲਿਆ, ਇਹ ਤੋਂ ਵੱਧ ਹੁਣ ਆਪਾਂ ਨੂੰ ਲੋੜ ਕੋਈ ਨਹੀਂ। ਹੁਣ ਉਹ ਇਹ ਵੀ ਹੋ ਸਕਦਾ ਅੱਗੇ ਜੰਮੂ ਕਸ਼ਮੀਰ 'ਚ ਉਹਨਾਂ ਕੇ ਖੱਟ ਲਿਆ, ਉੱਥੇ ਚੋਣਾਂ ਕਰਾਈਆਂ ਨੇ, ਬਗੈਰ ਚੋਣਾਂ ਕਰਾ ਕੇ ਉੱਥੇ ਰਾਜ ਤਾਂ ਦਿੱਲੀ ਤੋਂ ਚਲਾ ਰਹੇ ਨੇ ਜੀ। ਉਹ ਕੋਈ ਇਸ ਤਰ੍ਹਾਂ ਤਰੀਕਾ ਤੇ ਲਵਾਉਣਗੇ, ਪਰ ਉਹ ਜੰਮੂ ਕਸ਼ਮੀਰ ਦੇ ਉਸ ਨਾਂ ਦੇ ਉੱਤੇ ਬਾਕੀ ਸਾਰੇ ਦੇਸ਼ 'ਚ ਇੱਕ ਮੁਹਿੰਮ ਤਾਂ ਚਲਾ ਲਈ। ਬਿਲਕੁਲ ਸਹੀ। ਹੁਣ ਕੱਲ ਨੂੰ ਪੰਜਾਬ ਦੇ ਇਸ ਤੋੜ ਵਿਛੋੜੇ ਨੂੰ ਲੈ ਕੇ ਇਹਦੇ ਨਾਂ ਦੇ ਉੱਤੇ ਬਾਕੀ ਸਾਰੇ ਭਾਰਤ ਦੇ ਵਿੱਚ ਇੱਕ ਮੁਹਿੰਮ ਚਲਾ ਦੇਣ। ਉਹ ਮੁਹਿੰਮ ਜਿਹੜੀ ਆ ਜਿਹੜਾ ਕਣਕ ਦਾ ਝੋਨੇ ਦਾ ਮੁੱਦਾ, ਇਹ ਸਭ ਤੋਂ ਵੱਧ ਅਸਰ ਪਾਉਂਦਾ, ਖਰੀਦ ਦਾ ਮੁੱਦਾ ਸਭ ਤੋਂ ਵੱਧ ਇਸ ਵੇਲੇ ਅਸਰ ਪਾ ਰਿਹਾ ਪੰਜਾਬ 'ਚ। ਪਹਿਲਾਂ ਇਹ ਮੁੱਦਾ ਗੁਜਰਾਤ ਵਿੱਚ ਅਸਰ ਪਾ ਚੁੱਕਾ, ਪਰ ਉਦੋਂ ਨਾ ਪੰਜਾਬ ਵਾਲਿਆਂ ਨੂੰ ਪਤਾ ਲੱਗਾ, ਨਾ ਬੋਲੇ, ਨਾ ਦੂਜੇ ਸੂਬਿਆਂ ਨੂੰ ਪਤਾ ਲੱਗਾ। 2006 'ਚ ਇਹੋ ਜਿਹਾ ਮੁੱਦਾ ਇੱਕ ਵਾਰੀ ਉੱਥੇ ਬਿਹਾਰ 'ਚ ਵੀ ਉੱਠ ਚੁੱਕਾ, ਬਾਕੀ ਥਾਵਾਂ ਤੇ ਵੀ ਉੱਠ ਚੁੱਕਾ, ਉਦੋਂ ਕੋਈ ਨਹੀਂ ਬੋਲਿਆ। ਜਦੋਂ ਹੁਣ ਪੰਜਾਬ ਦੀ ਵਾਰੀ ਆਈ ਆ, ਬਾਕੀ ਸਾਰਾ ਦੇਸ਼ ਸੁੱਤਾ ਪਿਆ। ਇਹਨੂੰ ਇੱਕ ਵਾਰੀ ਇਸ ਤਰ੍ਹਾਂ ਵਾਹਣੀ ਪਾ ਕੇ ਭਾਰਤੀ ਜਨਤਾ ਪਾਰਟੀ, ਖਾਸ ਕਰਕੇ ਉਹਦਾ ਵੱਡਾ ਲੀਡਰ, ਉਹ ਜਾ ਕੇ ਸਾਰੇ ਦੇਸ਼ 'ਚ ਆ ਕੇ ਮੈਂ ਕਰਕੇ ਵਿਖਾਤਾ ਕਿ ਨਹੀਂ। ਜਦੋਂ ਨਿਆਂ ਆਖਿਆ ਤੇ ਥੱਲੇ ਬੈਠੇ ਜਿਹੜੇ ਆ ਉਸ ਭੀੜ ਦੇ ਵਿੱਚ ਸਭ ਤੋਂ ਅਗਲੇ ਪਾਸੇ 5-7 ਹਜ਼ਾਰ ਬਿਠਾਏ ਹੁੰਦੇ RSS ਵਰਕਰ, ਉਹ ਸਭ ਤੋਂ ਪਹਿਲਾਂ ਕਹਿੰਦੇ ਵਿਖਾਤਾ, ਉਹ ਤਾੜੀਆਂ ਮਾਰਨ ਸਭ ਤੋਂ ਅੱਗੇ ਹੁੰਦੇ ਨੇ। ਜਦੋਂ ਉਹ ਇਹਨੇ ਜਣੇ ਮਾਰਨ, ਬਾਕੀ ਫਿਰ ਭੀੜ ਮਗਰ ਮਾਰਦੀ ਤਾੜੀਆਂ, ਆਹ ਕੰਮ ਚੱਲੇਗਾ। ਬਹੁਤੀ ਭੀੜ ਨੂੰ ਤੇ ਵੀ ਨਹੀਂ ਪਤਾ ਲੱਗਦਾ ਵੀ ਕਿਹੜੀ ਗੱਲ ਕਹਿ ਰਿਹਾ, ਤੇ ਉਹਨਾਂ ਨੇ ਤਾੜੀਆਂ ਮਾਰਨ ਵਾਸਤੇ ਰੱਖੇ ਤਾਂ ਮਾਰੀ ਜਾਣਗੇ। ਤੇ ਇਹ ਮੁੱਦਾ ਜਿਹੜਾ ਇਹ ਸਾਰੇ ਦੇਸ਼ 'ਚ ਵਰਤਿਆ ਜਾਵੇਗਾ। ਅਕਾਲੀ ਹੁਣ ਪਿੱਛੇ ਮੁੜਨ ਜੋਗੇ ਨਹੀਂ ਰਹਿ ਗਏ। ਉਹਨਾਂ ਲੱਗਦਾ ਇਹ ਆ ਕਿ ਨਰਿੰਦਰ ਮੋਦੀ ਨੇ ਇਹਨਾਂ ਦੀ ਗੱਡੀ ਦਾ ਜਿਹੜਾ ਬੈਕ ਗੇਅਰ ਆ ਉਹ ਕੱਢਤਾ, ਗਾਹ ਨੂੰ ਜਾਣ ਵਾਲੀ ਹੈ ਸਾਰੇ। ਪਰ ਸਰ ਤੁਸੀਂ ਆਏ, ਸਮਾਂ ਕੱਢਿਆ, ਤੁਹਾਡਾ ਬੜਾ ਧੰਨਵਾਦ। ਤੇ ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।